ਹੈਲੋ ਫਰੈਂਡਸ, ਕਿਵੇਂ ਹੋ ਤੁਸੀਂ ਸਾਰੇ? ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬ్రో ਨੋਵਾ ਸਕੋਸ਼ੀਆ ਸਿਡਨੀ ਤੋਂ ਟੋਰਾਂਟੋ ਮੂਵ ਹੋਇਆ, ਕਿਉਂ ਹੋਇਆ ਤੇ ਕੈਨੇਡਾ 'ਚ ਕਿੰਨੀ ਦੇਰ ਹੋਈ, ਆਪਣਾ ਇਸ ਦਾ ਐਕਸਪੀਰੀਅੰਸ ਕੀ ਰਿਹਾ। ਮੈਨੂੰ ਆਲਮੋਸਟ 5 ਸਾਲ ਹੋ ਗਏ, ਮੇਰਾ ਐਕਸਪੀਰੀਅੰਸ ਕੀ ਰਿਹਾ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਚਲੋ ਫਿਰ ਕੀ ਹਾਲ ਹੈ ਬ్రో? ਬਹੁਤ ਵਧੀਆ ਤੁਸੀਂ ਸੁਣਾਓ। ਬਹੁਤ ਵਧੀਆ। ਆਪਣੇ ਆਪ ਨੂੰ ਥੋੜਾ ਤੁਸੀਂ ਇੰਟਰੋਡਿਊਸ ਕਰ ਦਿਓ। ਓਕੇ, ਤੇ ਮੇਰਾ ਨਾਮ ਹੈ ਮੁਕੁਲ ਵਰਮਾ ਤੇ ਵੈਸੇ ਮੈਂ ਰਹਿਣ ਵਾਲਾ ਹਾਂ ਚੰਡੀਗੜ੍ਹ ਦਾ, ਬਟ ਰੂਟਸ ਹੈ ਮੇਰੀ ਹੁਸ਼ਿਆਰਪੁਰ ਤੋਂ ਤੇ ਸੀਬੀਯੂ ਆਇਆ ਪੜ੍ਹਨ। ਬਾਕੀ ਤੁਸੀਂ ਕੁਝ ਵੀ ਪੁੱਛ ਸਕਦੇ ਹੋ। CBO ਸਿਡਨੀ ਨੋਵਾ ਸਕੋਸ਼ੀਆ। ਯੈਸ। ਸੋ ਕੈਨੇਡਾ 'ਚ ਕਿੰਨੀ ਦੇਰ ਹੋਈ ਤੁਹਾਨੂੰ? ਕੈਨੇਡਾ 'ਚ ਦੇਖਿਆ ਜਾਵੇ ਤਾਂ ਜਨਵਰੀ ਇਨਟੇਕ ਸੀਗੀ ਮੇਰੀ ਤੇ ਮੈਂ ਦਸੰਬਰ ਲੈਂਡ ਹੋਇਆ ਸੀਗਾ ਕੈਨੇਡਾ ਐਂਡ ਡਾਇਰੈਕਟਲੀ ਮੈਂ ਸਿਡਨੀ ਗਿਆ ਸੀਗਾ। ਮਤਲਬ ਟੋਰਾਂਟੋ ਮੈਂ ਲੈਂਡ ਹੋਇਆ ਸੀਗਾ, ਫਰਸਟ ਪੋਰਟ ਆਫ ਐਂਟਰੀ ਮੇਰਾ ਟੋਰਾਂਟੋ ਸੀਗਾ ਐਂਡ ਦੈਨ ਆਫਟਰ ਦੈਟ ਆਈ ਮੂਵ ਟੂ ਸਿਡਨੀ। ਕਿਵੇਂ ਦਾ ਫੀਲ ਹੋ ਰਿਹਾ ਕੈਨੇਡਾ 'ਚ? ਜੇ ਦੇਖਿਆ ਜਾਵੇ ਹੁਣ ਤਾਂ ਚਲੋ ਅਪਰੋਕਸੀਮੇਟਲੀ 5 ਮੰਥਸ ਹੋ ਚੁੱਕੇ ਆ ਤੇ ਠੀਕ ਲੱਗ ਰਿਹਾ, ਬਹੁਤ ਵਧੀਆ ਮਾਹੌਲ ਹੈ। ਠੀਕ ਹੈ, ਤੇ ਸਿਡਨੀ ਸੀਗਾ ਸਮਾਲ ਸਿਟੀ ਸੀ, ਬਾਕੀ ਅੱਗੇ ਜਾ ਕੇ ਥੋੜਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਉਹਦੇ ਬਾਰੇ ਵੀ। ਤੇ ਬਰੈਂਪਟਨ ਆ ਕੇ ਪਤਾ ਚੱਲ ਰਿਹਾ ਕਿ ਵੀ ਹਾਂ ਕੈਨੇਡਾ ਬੇਸਿਕਲੀ ਹੈ ਕਿਆ ਚੀਜ਼ ਹੈ, ਰਾਈਟ? ਪੰਜਾਬੀ ਦਾ ਸ਼ਹਿਰ ਹੈ ਜੀ ਬਿਲਕੁਲ। ਤੇ ਪਿੱਛੋਂ ਕਿੱਥੋਂ ਹੋ ਤੁਸੀਂ? ਮੇਰੀ ਰੂਟਸ ਹੈ ਹੁਸ਼ਿਆਰਪੁਰ ਤੋਂ, ਹੁਸ਼ਿਆਰਪੁਰ ਸਿਟੀ, ਤੇ ਬੋਰਨ ਐਂਡ ਬ੍ਰੌਟ ਅਪ ਮੈਂ ਚੰਡੀਗੜ੍ਹ ਤੋਂ ਹੀ ਹਾਂ। ਸੋ ਚੰਡੀਗੜ੍ਹ ਤਾਂ ਕਾਫੀ ਡਿਵੈਲਪਡ ਹੈ। ਬਿਲਕੁਲ। ਤਾਂ ਤੁਹਾਨੂੰ ਉਹਦੇ ਨਾਲ ਚੰਡੀਗੜ੍ਹ ਤੋਂ ਆ ਕੇ ਸਿਡਨੀ ਦੇ ਵਿੱਚ ਆ ਕੇ ਕਿਵੇਂ ਦਾ ਲੱਗਿਆ ਸਭ ਤੋਂ ਪਹਿਲਾਂ? ਬਹੁਤ ਨਾਈਸ ਕੁਐਸਚਨ। ਸਾਰੇ ਮੇਰੇ ਤੋਂ ਇਹੀ ਪੁੱਛਦੇ ਆ ਜ਼ਿਆਦਾਤਰ ਕਿ ਬਈ ਕਿਵੇਂ ਦਾ ਲੱਗਿਆ ਚੰਡੀਗੜ੍ਹ ਤੋਂ ਆ ਕੇ ਸਿਡਨੀ। ਤੇ ਮੈਂ ਗੱਲ ਕਰੂੰਗਾ ਸਿਡਨੀ ਹੈ ਜੋ ਉਹ ਹਲੇ ਡਿਵੈਲਪ ਹੋ ਰਿਹਾ, ਬਹੁਤ ਛੋਟਾ ਸਿਟੀ ਹੈ। ਤੇ ਜਦ ਮੈਂ ਚੰਡੀਗੜ੍ਹ ਤੋਂ ਗਿਆ ਸੀਗਾ ਸਿਡਨੀ ਤੇ ਮੈਨੂੰ ਇਹ ਲੱਗਿਆ ਸੀ ਕਿ ਮੈਂ ਕਿੱਥੇ ਆ ਗਿਆ। ਟੂ ਬੀ ਵੈਰੀ ਓਨੈਸਟ, ਮੈਂ ਜਿਹਨੂੰ ਵੀ ਮਿਲਦਾ ਸੀਗਾ ਮੈਂ ਇਹੀ ਕਹਿੰਦਾ ਸੀਗਾ ਕਿ ਬਈ ਹਾਂ ਚੰਡੀਗੜ੍ਹ ਇਸ ਤੋਂ ਜ਼ਿਆਦਾ ਵਧੀਆ ਤੇ ਜ਼ਿਆਦਾ ਬੜਾ ਹੈ। ਕਿਉਂਕਿ ਸਿਡਨੀ ਦੀ ਤੁਸੀਂ ਬਾਉਂਡਰੀ ਦੇਖੋਗੇ ਤੇ ਤੁਸੀਂ 2 ਕਿਲੋਮੀਟਰ ਲਾਈਕ ਤੁਸੀਂ 15 ਮਿੰਟ ਦੀ ਡਰਾਈਵ ਕਰੋਗੇ ਈਸਟ ਤੋਂ ਲੈ ਕੇ ਵੈਸਟ ਐਂਡ ਦੈਟਸ ਇਟ, ਖਤਮ, ਸਿਡਨੀ ਖਤਮ। ਤੇ ਚੰਡੀਗੜ੍ਹ ਇਹੋ ਜਿਹਾ ਹੈ ਨਹੀਂ। ਤੁਸੀਂ ਜਿਹੜੇ ਵੀ ਚੰਡੀਗੜ੍ਹ ਤੋਂ ਦੇਖ ਰਹੇ ਹੋਣੇ ਉਹਨਾਂ ਨੂੰ ਪਤਾ ਕਿ ਸਾਡਾ GTA, ਜਿਵੇਂ GTA ਏਰੀਆ ਮਿਸੀਸਾਗਾ, ਬਰੈਂਪਟਨ ਤੇ ਟੋਰਾਂਟੋ, ਉਹ ਆਪਣਾ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਟਰਾਈ ਸਿਟੀ, ਤੇ ਉਹ ਬਹੁਤ ਵਧੀਆ, ਮਤਲਬ ਮੈਨੂੰ ਵਧੀਆ ਲੱਗਿਆ। ਸਿਡਨੀ ਐਜ਼ ਕੰਪੇਅਰ ਟੂ ਚੰਡੀਗੜ੍ਹ ਤੁਸੀਂ ਕਰ ਨਹੀਂ ਸਕਦੇ ਬਿਕੋਜ਼ ਸਿਡਨੀ ਹਲੇ ਡਿਵੈਲਪ ਹੋ ਰਿਹਾ। ਉਰੇ ਆ ਕੇ ਕਿਵੇਂ ਦਾ ਲੱਗਿਆ ਫਿਰ? ਸਿਡਨੀ ਤੋਂ ਪਹਿਲਾਂ ਚੰਡੀਗੜ੍ਹ ਤੋਂ ਸਿਡਨੀ, ਬਾਅਦ ਸਿਡਨੀ ਤੋਂ ਉਰੇ। ਸਿਡਨੀ ਤਾਂ ਮੈਂ ਤੁਹਾਨੂੰ ਕਿਹਾ ਜਿਵੇਂ ਬਹੁਤ ਛੋਟਾ ਸ਼ਹਿਰ ਹੈ ਤੇ ਬਰੈਂਪਟਨ ਨਾਲੇ ਜਿਵੇਂ ਅਸੀਂ ਬਰੈਂਪਟਨ ਹੈ, ਰਾਈਟ ਨਾਓ ਆਈ ਐਮ ਇਨ ਬਰੈਂਪਟਨ, ਤੇ ਕੋਈ ਕੰਪੈਰੀਜ਼ਨ ਨਹੀਂ ਹੈ। ਮੈਂ ਕੰਪੈਰੀਜ਼ਨ ਕੁਝ ਕਰੂੰਗਾ ਵੀ ਨਹੀਂ ਕਿਉਂਕਿ ਉਹ ਹਲੇ ਡਿਵੈਲਪ ਹੋ ਰਿਹਾ ਤੇ ਬਹੁਤ ਛੋਟਾ ਸ਼ਹਿਰ ਹੈ। ਬਰੈਂਪਟਨ ਸਾਰਾ ਕੁਝ ਅਵੇਲੇਬਲ ਹੈ, ਡਿਵੈਲਪਡ ਸ਼ਹਿਰ ਹੈ ਪ੍ਰੋਪਰਲੀ, ਤੇ ਬਹੁਤ ਜ਼ਿਆਦਾ ਕਨਵੀਨੀਅੰਟ। ਅੱਗੇ ਗੱਲਾਂ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਕਿ ਬਈ ਸਿਡਨੀ ਦੇ ਵਿੱਚ ਕੀ ਪ੍ਰੋਜ਼ ਐਂਡ ਕੌਨਸ ਹੈ। ਤੇ ਬਿਲਕੁਲ। ਤੇ ਨੋਵਾ ਸਕੋਸ਼ੀਆ ਤੋਂ ਓਨਟਾਰੀਓ ਕਿਉਂ ਮੂਵ ਹੋਏ? ਨੋਵਾ ਸਕੋਸ਼ੀਆ ਤੋਂ ਓਨਟਾਰੀਓ ਕਿਉਂ ਮੂਵ ਹੋਇਆ, ਤੇ ਇਸ ਗੱਲ ਦਾ ਜਵਾਬ ਥੋੜਾ ਜਿਹਾ ਮੈਂ ਤੁਹਾਨੂੰ ਕਹੂੰਗਾ ਇੱਕ ਚੋਇਸ ਤੇ ਡਿਪੈਂਡ ਕਰਦਾ। ਜਦ ਮੈਂ ਗਿਆ ਸੀ ਤੇ ਮੇਰਾ ਸਮੈਸਟਰ ਸਟਾਰਟ ਹੋਇਆ ਸੀਗਾ, ਫਸਟ ਸਮੈਸਟਰ ਸੀਗਾ ਮੇਰਾ, ਜਨਵਰੀ ਇਨਟੇਕ ਸੀ ਤੇ ਮੇਰਾ ਸਮੈਸਟਰ ਸੀਗਾ ਜਨਵਰੀ ਟੂ ਅਪ੍ਰੈਲ, ਰਾਈਟ? ਤੇ ਅਪ੍ਰੈਲ ਤੋਂ ਬਾਅਦ ਮੇਰਾ ਇੱਕ ਡ੍ਰੌਪ, ਫਸਟ ਡ੍ਰੌਪ ਮੇਰਾ ਮਈ ਤੋਂ ਸਟਾਰਟ ਹੋਇਆ, ਮਈ ਟੂ ਅਗਸਤ। ਤੇ ਮੈਂ ਸੋਚਿਆ ਕਿ ਬਈ ਥੋੜਾ ਐਕਸਪਲੋਰ ਕੀਤਾ ਜਾਵੇ ਬੇਸਿਕਲੀ ਕੈਨੇਡਾ ਹੈ ਕਿਆ ਚੀਜ਼ ਆ, ਕਿਉਂਕਿ ਉੱਥੇ ਆਪਾਂ ਦੇਖਾਂਗੇ ਕਿ ਸਿਡਨੀ ਬੇਸਿਕਲੀ ਇੱਕ ਟਾਊਨ ਹੈ, ਟਾਊਨ ਡਿਵੈਲਪਿੰਗ ਟੂ ਸਿਟੀ, ਰਾਈਟ? ਹਲੇ ਉਹ ਡਿਵੈਲਪ ਹੋ ਰਿਹਾ ਹੌਲੀ ਹੌਲੀ ਤੇ ਬਹੁਤ ਚੀਜ਼ਾਂ ਉੱਥੇ ਅਵੇਲੇਬਲ ਨਹੀਂ ਹੈ। ਜਿਵੇਂ ਤੁਸੀਂ ਦੇਖੋਗੇ ਟਰਾਂਸਪੋਰਟੇਸ਼ਨ, ਗੱਲ ਕਰੀਏ ਟਰਾਂਸਪੋਰਟੇਸ਼ਨ ਬਾਰੇ, ਠੀਕ ਹੈ, ਤੇ ਬਿਲਡਿੰਗਸ, ਤੁਸੀਂ ਕਹਿੰਦੇ ਹੋ ਕਿ ਵੀ ਤੁਸੀਂ ਕੈਨੇਡਾ ਆਏ ਹੋ ਬਿਲਡਿੰਗਸ ਨਹੀਂ ਦੇਖੀਆਂ ਜਾਂ ਤੇ ਉਹ ਥੋੜਾ ਘੱਟ ਹੈ ਉੱਥੇ। ਮਾਲ, ਜਿਵੇਂ ਮਾਲ ਨਾਲ ਕੰਪੈਰੀਜ਼ਨ ਹੀ ਕਰ ਲਓ ਤੁਸੀਂ ਕਿ ਵੀ ਆਪਣੇ ਚੰਡੀਗੜ੍ਹ ਹੀ ਕਿੰਨੇ ਮਾਲਸ ਨੇ, ਠੀਕ ਹੈ, ਤੇ ਇੱਥੇ ਦੇਖੀਏ ਸਿਡਨੀ ਸਿਰਫ ਇੱਕ ਮਾਲ ਹੈ ਉੱਥੇ, ਮੇਫਲੇਅਰ ਮਾਲ ਹੈ। ਯਾ ਐਗਜ਼ੈਕਟਲੀ, ਮੇਫਲੇਅਰ ਮਾਲ। ਤੁਸੀਂ ਸਿਰਫ ਇੱਕ ਮਾਲ ਹੈ ਤੇ ਇਸ ਕਰਕੇ ਮੈਂ ਕਹੂੰਗਾ ਕਿ ਇਸ ਕਰਕੇ ਮੈਂ CBU ਮਤਲਬ ਕਿ ਬ੍ਰਿਟਨ ਯੂਨੀਵਰਸਿਟੀ ਅੱਜ ਕੱਲ ਬਹੁਤ ਸਾਰੇ ਲੋਕ ਉੱਥੋਂ ਆ ਰਹੇ ਆ, ਮਤਲਬ ਕਿ ਬ੍ਰਿਟਨ ਯੂਨੀਵਰਸਿਟੀ ਵੱਲ ਜਾ ਰਹੇ ਆ, ਜਿਨ੍ਹਾਂ ਦਾ ਓਨਟਾਰੀਓ ਤੋਂ ਵੀ ਰਿਜੈਕਟ ਹੁੰਦਾ ਕਿ ਬ੍ਰਿਟਨ ਯੂਨੀਵਰਸਿਟੀ ਜਾਂਦੇ ਆ। ਤੁਸੀਂ ਕਿ ਬ੍ਰਿਟਨ ਯੂਨੀਵਰਸਿਟੀ ਕਿਉਂ ਚੁਣੀ? ਮੈਂ ਇਹਦਾ ਵੀ ਆਨਸਰ ਮੈਂ ਉਹੀ ਕਹੂੰਗਾ
ਕਿ ਜਦ ਮੈਂ ਐਕਸਪਲੋਰ ਕਰ ਰਿਹਾ ਸੀਗਾ ਯੂਨੀਵਰਸਿਟੀਜ਼, ਜਿਵੇਂ ਮੇਰੀ ਐਜੂਕੇਸ਼ਨ, ਪ੍ਰੀਵੀਅਸ ਐਜੂਕੇਸ਼ਨ ਬਾਰੇ ਮੈਂ ਦੱਸਾਂਗਾ ਅੱਗੇ, ਤੇ ਜਿਹੜੀ ਵੀ ਮੇਰੀ ਐਜੂਕੇਸ਼ਨ ਸੀਗੀ, ਤੇ ਉਹਦੇ ਜੇ ਮੈਂ ਅੱਗੇ ਕਹਾਂ, ਜਿਵੇਂ ਮੇਰੇ ਫਾਦਰ ਸਾਹਿਬ ਹੈ, ਉਹ ਖੁਦ ਇੱਕ ਐਡਮਿਨਿਸਟ੍ਰੇਟਿਵ ਆਫਿਸਰ ਹੈ ਤੇ ਐਡਮਿਨਿਸਟ੍ਰੇਸ਼ਨ 'ਚ ਆ, ਪੀਜੀਆਈ ਮੈਂ ਚੰਡੀਗੜ੍ਹ ਹੈਲਥ ਕੇਅਰ ਡਿਪਾਰਟਮੈਂਟ 'ਚ ਆ, ਤੇ ਐਡਮਿਨਿਸਟ੍ਰੇਸ਼ਨ ਹੈ, ਤੇ ਇਸ ਕਰਕੇ ਫਿਰ ਮੇਰਾ ਵੀ ਥੋੜਾ ਜਿਵੇਂ ਹੁੰਦਾ ਕਿ ਫਾਦਰ ਨੂੰ ਦੇਖਦੇ ਦੇਖਦੇ ਥੋੜਾ ਇੰਟਰਸਟ ਬਣਿਆ ਕਿ ਮੈਂ ਐਡਮਿਨਿਸਟ੍ਰੇਟਿਵ ਪਾਰਟ ਵੱਲ ਜਾਵਾਂ, ਮੈਨੇਜਮੈਂਟ ਵੱਲ ਜਾਵਾਂ, ਤਾਂ ਦੈਟਸ ਵਾਈ ਫਿਰ ਮੈਂ ਐਕਸਪਲੋਰ ਕੀਤੇ ਆਪਸ਼ਨਸ, ਤੇ ਐਕਸਪਲੋਰ ਕਰਦੇ ਕਰਦੇ ਮੇਰੇ ਕੋਲ ਬਹੁਤ ਆਪਸ਼ਨਸ ਆਏ, ਬਹੁਤ ਕਾਲਜ ਸੀਗੇ, ਕੈਨਾਡੋਰ ਕਾਲਜ, ਹੰਬਰ ਕਾਲਜ, ਬਹੁਤ ਕਾਲਜਸ ਲਾਈਕ ਆਪਸ਼ਨ ਸੀਗੇ ਮੇਰੇ ਕੋਲੇ ਕਿ ਵੀ ਹਾਂ ਇਹ ਇਨਕਲੂਡਿੰਗ ਸੀਬੀਯੂ ਯੂਨੀਵਰਸਿਟੀ ਐਂਡ ਬਹੁਤ ਅਦਰ ਯੂਨੀਵਰਸਿਟੀਜ਼। ਫਿਰ ਮੈਂ ਜਦ ਉਹਨਾਂ ਨੂੰ ਸਾਰਿਆਂ ਨੂੰ ਸਟੱਡੀ ਕੀਤਾ, ਰਿਸਰਚ ਕੀਤੀ ਪ੍ਰੋਪਰਲੀ, ਐਂਡ ਦੈਨ ਆਈ ਗੈਟ ਟੂ ਨੋ ਕਿ ਬਈ ਹਾਂ ਜਿਹੜੀ ਸੀਬੀਯੂ ਹੈ ਉਹ ਅਫੋਰਡੇਬਲ ਵੀ ਹੈ, ਤੇ ਨਾਲੇ ਜਿਹੜੇ ਉਹ ਕੋਰਸ ਮੈਨੂੰ ਪ੍ਰੋਪਰਲੀ ਮੈਂਸ਼ਨ ਦੇ ਰਹੀ ਹੈ, ਲਾਈਕ ਯੂ ਨੋ what are the skills that I am getting by studying in that university, ਉਹੀ ਮੈਨੂੰ ਸਕਿੱਲਸ ਚਾਹੀਦੇ ਆ ਬੇਸਿਕਲੀ ਮੈਨੇਜਮੈਂਟ ਲਈ। ਇਸ ਕਰਕੇ ਫਿਰ ਮੈਂ ਉਹ ਕੋਰਸ ਚੂਜ਼ ਕੀਤਾ, ਉਹ ਯੂਨੀਵਰਸਿਟੀ ਚੂਜ਼ ਕੀਤੀ, ਪਲੱਸ ਅਫੋਰਡੇਬਲ ਹੈ, ਮੈਂ ਤੁਹਾਨੂੰ ਕਿਹਾ ਕਿ ਬਈ ਬਹੁਤ ਜ਼ਿਆਦਾ ਅਫੋਰਡੇਬਲ ਹੈ ਉਹਦੀ ਫੀਸ, ਤੇ ਪਲੱਸ ਮੋਸਟ ਇੰਪੋਰਟੈਂਟਲੀ ਉਹਦੇ ਲਾਸਟ ਸਮੈਸਟਰ 'ਚ ਕੋਪ ਹੈ, ਜਿਹੜਾ ਕਿ ਮੈਨੂੰ ਚਾਹੀਦਾ ਸੀਗਾ, ਬਿਕੋਜ਼ ਮੇਰੇ ਖਿਆਲ ਨਾਲ ਪ੍ਰੈਕਟੀਕਲ ਨੌਲੇਜ ਇਜ਼ ਬੈਟਰ ਦੈਨ ਦ ਥਿਓਰੀਟੀਕਲ ਨੌਲੇਜ, ਸੋ ਦੈਟਸ ਵਾਈ। ਤਾਂ ਆਪਾਂ ਨੂੰ ਮਤਲਬ ਬੇਸਿਕਲੀ ਜਿਹੜਾ ਤੁਹਾਨੂੰ ਕੋਰਸ ਚਾਹੀਦਾ ਸੀ ਤੁਹਾਨੂੰ ਸੀਬੀਓ ਦੇ ਵਿੱਚ ਮਿਲਿਆ। ਬਿਲਕੁਲ ਬਿਲਕੁਲ। ਓਕੇ ਓਕੇ। ਇਹ ਨਹੀਂ ਹੈ ਕਿ ਮੈਂ ਰਿਸਰਚ ਨਹੀਂ ਕੀਤੀ, ਮੈਂ ਰਿਸਰਚ ਬਹੁਤ ਕੀਤੀ, ਤੇ ਉਸ ਤੋਂ ਬਾਅਦ ਜਾ ਕੇ ਮੈਨੂੰ ਸੀਬੀਯੂ ਡਿਸਾਈਡ ਕੀਤਾ ਮੈਂ ਕਿ ਬਈ ਹਾਂ ਮੈਨੂੰ ਸੀਬੀਯੂ ਚ ਯੂਨੀਵਰਸਿਟੀ। ਬਟ ਡਿਫਰੈਂਸ ਵੀ ਹੈ ਕਿ ਆਪਾਂ ਕਾਲ ਐਸ ਕੰਪੇਅਰ ਟੂ ਕਾਲਜ ਚ ਪੜ੍ਹਨਾ ਤੇ ਯੂਨੀਵਰਸਿਟੀ ਚ ਪੜ੍ਹਨਾ ਥੋੜਾ ਬਿਲਕੁਲ ਯੈਸ ਐਗਜ਼ੈਕਟਲੀ, ਕਿਉਂਕਿ ਮੈਂ ਜਿਵੇਂ ਪ੍ਰੀਵੀਅਸ ਐਜੂਕੇਸ਼ਨ ਬਾਰੇ ਤੁਸੀਂ ਪੁੱਛੋਗੇ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ, ਪ੍ਰੀਵੀਅਸ ਐਜੂਕੇਸ਼ਨ ਤੇ ਮੈਂ ਆਪਣੀ ਬੈਚਲਰਸ ਕੀਤੀ ਹੈ, ਬੈਚਲਰਸ ਐਸ ਵੈਲ ਐਸ ਮਾਈ ਮਾਸਟਰਸ ਪੰਜਾਬ ਯੂਨੀਵਰਸਿਟੀ ਤੋਂ। ਬੈਚਲਰ ਸੀਗੀ ਮੇਰੀ ਲੈਬੋਰੇਟਰੀ ਸਾਇੰਸ, ਐਂਡ ਜਿਹੜੀ ਮੇਰੀ ਮਾਸਟਰ ਸੀਗੀ ਉਹ ਸੀ ਮੇਰੀ ਮੈਡੀਕਲ ਐਂਥਰੋਪੋਲੋਜੀ। ਬੇਸਿਕਲੀ ਆਈ ਐਮ ਐਨ ਐਂਥਰੋਪੋਲੋਜਿਸਟ ਬਾਈ ਪ੍ਰੋਫੈਸ਼ਨ ਇੰਡੀਆ ਤੋਂ, ਤੇ ਇੱਥੇ ਆ ਕੇ ਮੈਂ ਮੈਨੇਜਮੈਂਟ ਦਾ ਕੋਰਸ ਚੂਜ਼ ਕੀਤਾ। ਓਕੇ ਯਾ ਬਟ ਓਨਟਾਰੀਓ, ਬਟ ਆਪਸ਼ਨਸ ਥੋੜੀ ਘੱਟ ਆ, ਤਾਂ ਤੁਹਾਡੀ ਉੱਥੇ ਜੌਬ ਕੀ ਆ ਤਾਂ ਉਰੇ ਜੌਬ ਕੀ ਕਰਨੀ? ਹਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਦੋਂ ਸ਼ਾਇਦ ਤੁਸੀਂ ਸੀਗੇ ਸਿਡਨੀ ਜਦ ਉਹ ਅਫੋਰਡੇਬਲ ਸੀਗਾ, ਬਟ ਜੇ ਆਪਾਂ ਗੱਲ ਕਰੀਏ ਹੁਣੇ ਦੀ ਤੇ ਸਾਲ ਪੁਰਾਣੀ ਗੱਲ ਆ, ਹੁਣ ਬਿਲਕੁਲ ਸਾਲ ਵਿੱਚ ਹੀ ਬਹੁਤ ਟ੍ਰਾਂਜੀਸ਼ਨ ਆ ਚੁੱਕਾ ਹੈ ਬੇਸਿਕਲੀ, ਕਿਉਂਕਿ ਸਤੰਬਰ ਚ ਸੀਬੀਯੂ ਨੇ ਬਹੁਤ ਜ਼ਿਆਦਾ ਸਟੂਡੈਂਟਸ, ਮੈਂ ਜ਼ਿਆਦਾ ਨਹੀਂ ਕਹੂੰਗਾ, ਮੈਨੂੰ ਬੇਸਿਕਲੀ ਕਾਊਂਟ ਨਹੀਂ ਪਤਾ, ਠੀਕ ਹੈ, ਮੇਰੀ ਇੱਕ ਸੀਟ ਸੀਗੀ, ਮੈਂ ਆਪਣੀ ਐਕਵਾਇਰ ਕਰ ਲਈ ਉੱਥੇ, ਤੇ ਜ਼ਿਆਦਾ ਬੱਚੇ ਇਨ ਦਾ ਸੈਂਸ ਜਿਹੜਾ ਕਰਾਊਡ ਅਸੀਂ ਕੰਪੇਅਰ ਕਰੀਏ ਪ੍ਰੀਵੀਅਸ ਈਅਰ ਟੂ ਦਿਸ ਈਅਰ ਰੇਸ਼ੀਓ ਸਤੰਬਰ ਇਨਟੇਕਸ ਦਾ ਤੇ ਬਹੁਤ ਜ਼ਿਆਦਾ ਸੀਗਾ। ਇਸ ਕਰਕੇ ਉੱਥੇ ਕੀ ਹੋਇਆ ਤੇ ਬਹੁਤ ਜ਼ਿਆਦਾ ਸ਼ਾਰਟੇਜ ਹੋ ਗਈ ਸੀਗੀ ਹਾਊਸਿਸ ਸੀ, ਠੀਕ ਹੈ, ਹਾਊਸਿਸ ਵਗੈਰਾ, ਅਕੋਮੋਡੇਸ਼ਨ ਵਗੈਰਾ, ਕਿਉਂਕਿ ਮੈਨੂੰ ਕਾਫੀ ਮੈਸੇजेस ਆਉਂਦੇ ਕਈਆਂ ਦੇ ਪਲੀਜ਼ ਰੂਮ ਲੱਭ ਦਿਓ, ਮੈਂ ਦੇਖਦਾ ਹੁੰਦਾ ਤਾਂ ਅਕੋਮੋਡੇਸ਼ਨ ਦਾ ਵੀ ਪਰ ਦੱਸ ਦਿਓ ਵੀ ਮਤਲਬ ਕਿਵੇਂ ਪ੍ਰੋਬਲਮ ਕੀ ਆ ਉੱਥੇ, ਕਿਵੇਂ ਰੂਮ ਲੱਭਦਾ, ਉਰੇ ਕਿੱਦਾਂ ਰੂਮ ਲੱਭਿਆ ਤੁਸੀਂ, ਉੱਥੇ ਕਿੱਦਾਂ ਲੱਭਿਆ ਸੀ? ਓਕੇ, ਤੇ ਮੈਂ ਗੱਲ ਕਰਾਂ ਸਿਡਨੀ ਬਾਰੇ, ਤੇ ਸਿਡਨੀ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਸਤੰਬਰ ਇਨਟੇਕ ਜਿਹੜੇ ਆਏ ਸੀਗੇ ਉਹਨਾਂ ਨੂੰ ਵੀ ਸਟਿਲ ਅਕੋਮੋਡੇਸ਼ਨ ਦੀ ਪ੍ਰੋਬਲਮ ਹੋਈ ਸੀ, ਤੇ ਮੈਂ ਤਾਂ ਆਇਆ ਸੀਗਾ ਹੀ ਜਨਵਰੀ ਇਨਟੇਕ, ਤੇ ਉਸ ਵੇਲੇ ਤਾਂ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਸਨੋ ਚ ਹੁੰਦਾ, ਸਨੋ ਪ੍ਰੋਪਰਲੀ ਲਾਈਕ ਆਲ ਦ ਵੇ ਸਨੋ ਹੁੰਦੀ ਹੈ, ਤੇ ਇਸ ਕਰਕੇ ਉੱਥੇ ਕੀ ਸੀਗਾ ਕਿ ਹਾਊਸਿਸ ਦੀ ਬਹੁਤ ਸ਼ਾਰਟੇਜ ਸੀਗੀ, ਤੇ ਮੈਂ ਕੀ ਕੀਤਾ, ਇੱਕ ਐਪਲੀਕੇਸ਼ਨ, ਇੱਕ ਸਾਈਟ ਹੁੰਦੀ ਹੈ ਬੇਸਿਕਲੀ ਕਜੀਜੀ, ਤੇ ਮੈਂ ਕਜੀਜੀ ਤੇ ਐਕਸਪਲੋਰ ਕੀਤੀਆਂ ਪ੍ਰਾਪਰਟੀਆਂ, ਤੇ ਲਿਸਟ ਕੀਤੀਆਂ ਕਿ ਬਈ ਹਾਂ ਇਹ ਪ੍ਰਾਪਰਟੀਆਂ ਹੈ ਜਿਹੜੀ ਉਹ ਮੈਨੂੰ ਠੀਕ ਲੱਗ ਰਹੀ ਹੈ, ਲਾਈਕ ਬਹੁਤ ਸਾਰੇ ਫੈਕਟਰਸ ਮੈਂ ਦੇਖੇ ਕਿ ਬਈ ਹਾਂ ਇਹ ਫੈਕਟਰਸ ਮੈਨੂੰ ਚਾਹੀਦੇ ਆ ਇੱਕ ਲੋਕੇਸ਼ਨ 'ਚ, ਕਿ ਬਈ ਹਾਂ ਯੂਨੀਵਰਸਿਟੀ ਦੇ ਨੇੜੇ ਹੋਵੇ, ਠੀਕ ਹੈ, ਐਂਡ ਦੈਨ ਆਫਟਰ ਦੈਟ ਬੱਸ ਸਟਾਪ ਨੇੜੇ ਹੋਵੇ, ਸਭ ਤੋਂ ਵੱਡੀ ਗੱਲ ਬਿਕੋਜ਼ ਟਰਾਂਸਪੋਰਟੇਸ਼ਨ, ਕਿਉਂਕਿ ਜਾਂਦੀ ਅਸੀਂ ਗੱਡੀ ਨਹੀਂ ਖਰੀਦ ਸਕਦੇ, ਤੁਹਾਨੂੰ ਪਤਾ ਹੀ ਹੈ, ਅੱਗੇ ਗੱਲ ਕਰਾਂਗੇ ਟਰਾਂਸਪੋਰਟੇਸ਼ਨ ਬਾਰੇ ਵੀ। ਤੇ ਫਿਰ ਮੈਂ ਸਾਰੇ ਫੈਕਟਰਸ ਇਨਲਿਸਟ ਕੀਤੇ, ਐਂਡ ਦੈਨ ਪ੍ਰਾਪਰਟੀਆਂ ਮੈਂ ਦੇਖੀਆਂ ਕਿ ਬਈ ਹਾਂ ਇਹ ਵਾਲੀ ਪ੍ਰਾਪਰਟੀਆਂ ਹਨ ਜਿਹੜੀਆਂ ਉਹ ਮੇਰੇ ਫੈਕਟਰਸ ਨਾਲ ਮੈਚ ਹੁੰਦੀਆਂ, ਐਂਡ ਦੈਨ ਆਫਟਰ ਦੈਟ ਮੈਂ ਮਾਰਕੀਟ ਪਲੇਸ ਐਂਡ ਐਫਬੀ ਮਾਰਕੀਟ ਪਲੇਸ ਵੀ ਇੱਕ ਸੀਗਾ, ਮੈਂ ਉਹ ਤੋਂ ਵੀ ਸਾਰੀ ਲਿਸਟ ਕੀਤੀਆਂ। ਫਿਰ ਮੈਂ ਸਾਰਿਆਂ ਨੂੰ ਮੈਸੇਜ ਕਰਤਾ, ਰੈਂਡਮਲੀ ਸਾਰਿਆਂ ਨੂੰ ਮੈਸੇਜ ਕੀਤੇ ਬਈ ਇਹ ਪ੍ਰਾਪਰਟੀ ਜਿਨ੍ਹਾਂ ਤੋਂ ਰਿਵਰਟ ਆਇਆ, ਦੈਨ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਲਿਸਟ ਕੀਤਾ, ਐਂਡ ਦੈਨ ਫੋਲੋ ਅਪ ਲਿੱਤਾ, ਐਂਡ ਦੈਨ ਉਸ ਤੋਂ ਬਾਅਦ ਮੈਂ ਚੂਜ਼ ਕਰ ਲਈ ਸੀ। ਓਕੇ ਓਕੇ, ਮਤਲਬ ਮੇਨ ਸੋਰਸ ਕਜੀਜੀ ਐਂਡ ਫੇਸਬੁੱਕ ਮਾਰਕੀਟ। ਯੈਸ ਕਜੀਜੀ ਐਂਡ। ਸੋ ਮੈਂ ਜਿਨ੍ਹਾਂ ਨੂੰ ਪਤਾ ਵੈਲਨ ਕੋਡ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹ ਮੈਂ ਦੱਸ ਦਿੰਦਾ ਕਿ ਕਜੀਜੀ ਐਂਡ ਫੇਸਬੁੱਕ ਮਾਰਕੀਟ ਤੇ ਤੁਸੀਂ ਆਪਣਾ ਰੂਮ ਵਗੈਰਾ ਲੱਭ ਸਕਦੇ ਹੋ। ਤਾਂ ਜਸਟ ਤੁਸੀਂ ਸਰਚ ਬਾਰ 'ਚ ਜਾਓ, ਲਿਖੋ
ਰੂਮ ਫॉर ਰੈਂਟ অর ਸਮਥਿੰਗ ਐਂਡ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨਸ ਆ ਜਾਂਦੀਆਂ, ਤੁਸੀਂ ਉਹਨਾਂ ਨੂੰ ਕੰਟੈਕਟ ਕਰੋ। ਐਂਡ ਇੱਕ ਪ੍ਰੋਬਲਮ ਜੋ ਕਿ ਮੈਂ ਬਹੁਤ ਵਾਰ ਸੁਣੀ ਆ ਤੇ ਫੇਸ ਵੀ ਕਰੀ ਆ, ਤਾਂ ਉਹ ਪ੍ਰੋਬਲਮ ਆਉਂਦੀ ਆ ਰੈਫਰੈਂਸ। ਤਾਂ ਉਹ ਤੁਹਾਨੂੰ ਪੁੱਛਦੇ ਆ ਕਿ ਰੈਫਰੈਂਸ ਦਿਓ, ਬਟ ਜਦ ਆਪਾਂ ਨਵੇਂ ਆਏ ਹੁੰਦੇ ਆ ਤਾਂ ਆਪਾਂ ਕੋਲ ਰੈਫਰੈਂਸ ਨਹੀਂ ਹੁੰਦੀ। ਤਾਂ ਜੇ ਤਾਂ ਤੁਹਾਡਾ ਕੋਈ ਫਰੈਂਡ ਉਸ ਸਿਟੀ ਦੇ ਵਿੱਚ ਆਲਰੇਡੀ ਰਹਿ ਰਿਹਾ ਜਾਂ ਫਿਰ ਨੀਅਰ ਬਾਈ ਸਿਟੀਜ਼ ਦੇ ਵਿੱਚ ਰਹਿ ਰਿਹਾ, ਤੁਸੀਂ ਉਹਦੀ ਰੈਫਰੈਂਸ ਦੇ ਸਕਦੇ ਹੋ। ਜਸਟ ਉਹਨਾਂ ਨੇ ਪੁੱਛਣਾ ਹੁੰਦਾ ਵੀ ਹਾਊ ਡੂ ਯੂ ਨੋ ਹਿਮ অর ਹਰ, ਸੋ they will give you the accommodation and something, and they will ask you for the security or something, first and last deposit, that's all। and ਤੁਸੀਂ ਹੋਰ ਵੀ ਕੁਝ ਇਸ ਚੀਜ਼ ਬਾਰੇ ਪੁੱਛਣਾ ਹੋਇਆ ਤਾਂ ਮੈਂ ਆਪਣੀ ਆਈਡੀ ਐਂਡ ਮੁਕੁਲ ਦੀ ਆਈਡੀ ਡਿਸਕ੍ਰਿਪਸ਼ਨ ਚ ਪਾ ਦੂੰਗਾ, ਤੁਸੀਂ ਪੁੱਛ ਸਕਦੇ ਹੋ। ਤੇ ਚਲੋ ਆਪਾਂ ਅਗਲਾ ਜਿਹੜਾ ਮੇਨ ਕੁਐਸਚਨ ਸੀ ਆਪਾਂ ਭੁੱਲ ਗਏ ਵੀ ਉੱਥੇ ਜੌਬ ਕੀ ਕਰਦੇ ਆ ਤੇ ਉਰੇ ਕੀ ਕਰਦੇ ਆ ਤੇ ਉਰੇ ਕਿੱਦਾਂ ਲੱਭੀ। ਮੇਨ ਪ੍ਰੋਬਲਮ ਕਿ ਬਰੈਂਪਟਨ ਚ ਕਿਵੇਂ ਲੱਭੀ, ਕਿਉਂਕਿ ਅੱਜ ਕੱਲ ਦੇਖਿਆ ਜਾਵੇ ਤਾਂ ਆਪਾਂ ਬਹੁਤ ਸੁਣਦੇ ਆ ਕਿ ਉਰੇ ਬਹੁਤ ਪ੍ਰੋਬਲਮ ਹੈ ਕਿ ਜੌਬਸ ਵਗੈਰਾ ਹੈ ਜੋ ਹੈ ਨਹੀਂ। ਤਾਂ ਇਹ ਮੁਕੁਲ ਨੇ ਉਰੇ ਆਈ ਗੈਸ ਇਸ ਨੂੰ 2 ਤੇ 3 ਵੀਕਸ ਹੀ ਹੋਏ ਆ, ਤਾਂ ਉਰੇ ਕਿਵੇਂ ਜੌਬ ਲੱਭੀ ਆਪਾਂ ਪਹਿਲਾਂ ਉਰੇ ਦੀ ਗੱਲ ਕਰਾਂਗੇ, ਫਿਰ ਉਧਰ ਚੱਲਦੇ ਆ ਕਿ ਉੱਥੇ ਜੌਬ ਕੀ ਸੀ। ਠੀਕ ਹੈ, ਤੇ ਮੈਨੂੰ ਤੁਸੀਂ ਜਿਵੇਂ ਦੱਸਿਆ ਕਿ ਮੈਨੂੰ 2-3 ਵੀਕਸ ਹੀ ਹੋਏ ਆ ਹਲੇ ਆਏ ਹੋਏ, ਤੇ ਮੇਰੇ ਕੋਲੇ ਮੈਂ ਮਤਲਬ ਤੁਹਾਨੂੰ ਪਤਾ ਹੀ ਹੈ ਜਿਵੇਂ ਬਰੈਂਪਟਨ ਦਾ ਅੱਜ ਕੱਲ੍ਹ ਕੀ ਹੋ ਰਿਹਾ, ਬਰੈਂਪਟਨ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਅੱਜ ਕੱਲ੍ਹ ਕੰਮ ਲੱਭਣਾ, ਕਿਉਂਕਿ ਬਹੁਤ ਜ਼ਿਆਦਾ ਕਰਾਊਡ ਹੋ ਚੁੱਕਾ, ਬਹੁਤ ਸਟੂਡੈਂਟਸ ਆ ਰਹੇ ਆ, ਸਾਰੇ ਸਟੂਡੈਂਟਸ ਬੇਸਿਕਲੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਬਰੈਂਪਟਨ ਇੱਕ ਹੱਬ ਬਣਿਆ ਹੋਇਆ ਹੈ ਸਟੂਡੈਂਟਸ ਦਾ। ਅੱਜ ਜਿਵੇਂ ਅੱਜ ਦੀ ਗੱਲ ਕਰੀਏ ਤੇ ਇੱਥੇ ਮੈਂ ਜੌਬ ਦੀ ਗੱਲ ਕਰਾਂ ਤੇ ਏਜੰਸੀਜ਼ ਸਭ ਤੋਂ ਵੱਡਾ ਇੱਕ ਫੈਕਟਰ ਹੈ ਜਿਵੇਂ ਤੁਸੀਂ ਜੌਬ ਲੱਭਣੀ ਹੈ, ਤੇ ਜੋ ਕਿ ਆਪਣਾ ਸਿਡਨੀ ਚ ਬਿਲਕੁਲ ਨਹੀਂ ਹੈ। ਬਿਲਕੁਲ ਵੀ ਨਹੀਂ ਹੈ। ਇਹ ਮੇਰਾ ਡਿਫਰੈਂਸ ਸੀਗਾ, ਇਹ ਬਲਕਿ ਮੈਂ ਇੱਥੇ ਆ ਕੇ ਐਕਸਪਲੋਰ ਕੀਤਾ ਕਿ ਬਈ ਏਜੰਸੀਜ਼ ਨਾਮ ਦੀ ਵੀ ਕੋਈ ਚੀਜ਼ ਹੈ, ਕਿ ਬਈ ਏਜੰਸੀਜ਼ ਵੀ ਹੁੰਦੀਆਂ ਨੇ ਕੋਈ ਜੋ ਇੱਕ ਜੌਬ ਸੀਕਰ ਨੂੰ ਇੱਕ ਜੌਬ ਕੰਪਨੀ ਉਹਦੇ ਨਾਲ ਮਿਲਾਉਂਦੀਆਂ ਨੇ, ਤੇ ਇਸ ਕਰਕੇ ਮੈਂ ਉਹਦੇ ਨਾਲ ਹੀ ਲਾਈਕ ਏਜੰਸੀ ਮੇਰੀ ਬੇਸਿਕਲੀ ਸੋਰਸ ਸੀ। ਮੈਂ ਕਾਲਾਂ ਕੀਤੀਆਂ, ਬਹੁਤ ਕਾਲਾਂ ਕੀਤੀਆਂ, ਇਹ ਨਹੀਂ ਹੈ ਕਿ ਮੈਂ ਏਜੰਸੀ ਨੂੰ ਕਾਲ ਕੀਤੀ ਤੇ ਮੈਨੂੰ ਜੌਬ ਮਿਲ ਗਈ। ਮੈਂ ਬਹੁਤ ਕਾਲਾਂ ਕੀਤੀਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਾਲ ਕਰਦਾ ਸੀਗਾ, ਜਿਹਦੇ ਕੋਲੇ ਵੀ ਰਿਕੁਆਇਰਮੈਂਟ ਹੋਏਗੀ ਮੈਂ ਕਾਲ ਕਰਦਾ ਸੀਗਾ, ਐਂਡ ਦੈਨ ਉਸ ਤੋਂ ਬਾਅਦ ਫਿਰ ਐਟ ਲਾਸਟ ਜਾ ਕੇ ਮੈਨੂੰ ਰੀਸੈਂਟਲੀ ਮੈਨੂੰ ਜੌਬ ਮਿਲ ਗਈ ਹੈ। ਤਾਂ ਜਿਵੇਂ ਤੁਸੀਂ ਦੱਸਿਆ ਕਿ ਏਜੰਸੀਜ਼ ਤੋਂ ਜੌਬ ਮਿਲੀ, ਤਾਂ ਮੇਨ ਸੋਰਸ ਇਹੀ ਆ ਆਪਣਾ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਏਜੰਸੀਜ਼ ਦੇ ਨਾਲ ਰਜਿਸਟਰ ਹੋਈਏ, ਤਾਂ ਰਜਿਸਟਰ ਹੋਣ ਤੋਂ ਬਾਅਦ ਉਹਨਾਂ ਨੂੰ ਆਪਾਂ ਫੋਲੋ ਅਪ ਕਰੀਏ ਕਿ ਆਪਾਂ ਨੂੰ ਪਾਰਟ ਟਾਈਮ ਜੌਬ ਚਾਹੀਦੀ ਹੈ ਜਾਂ ਫੁੱਲ ਟਾਈਮ ਜੌਬ ਚਾਹੀਦੀ ਹੈ, ਤਾਂ ਉਹਨਾਂ ਨੂੰ ਰੈਗੂਲਰਲੀ ਤੁਸੀਂ ਕੰਟੈਕਟ ਕਰੋ ਤਾਂ ਕਿ ਉਹ ਤੁਹਾਨੂੰ ਈਮੇਲਸ ਵਗੈਰਾ ਤੇ ਜੌਬ ਵਗੈਰਾ ਸੈਂਡ ਕਰਦੇ ਰਹਿਣ, ਐਂਡ ਤੁਸੀਂ ਉਸ ਤੋਂ ਬਾਅਦ ਆਪਣਾ ਫੋਲੋ ਅਪ ਕਰਕੇ ਜਿਹੜੀ ਸ਼ਿਫਟ ਤੁਹਾਡੇ ਸਕੇਡਿਊਲ ਦੇ ਅਕੋਰਡਿੰਗ ਆਉਂਦੀ ਹੈ ਤਾਂ ਤੁਸੀਂ ਉਹਨੂੰ ਲੈ ਸਕਦੇ ਹੋ। ਤਾਂ ਮੈਨੂੰ ਜੌਬ ਵਾਲੇ ਕੁਐਸਚਨ ਤੋਂ ਇੱਕ ਹੋਰ ਚੀਜ਼ ਯਾਦ ਆਈ ਕਿ ਬਹੁਤ ਸਾਰੀ ਕੰਪਨੀਆਂ ਹੈ ਜੋ ਤੁਹਾਡੀਆਂ ਫੀਸ ਰੀਇੰਬਰਸ ਵੀ ਕਰਦੀਆਂ ਨੇ। ਆਈ ਡੋਂਟ ਨੋ ਕਿ ਤੁਹਾਨੂੰ ਪਤਾ ਕਿ ਨਹੀਂ, ਬਟ ਮੈਂ ਫਿਰ ਵੀ ਦੱਸ ਦਿੰਦਾ। ਇੱਕ ਆਪਣੇ ਮੋਸਟਲੀ ਓਨਟਾਰੀਓ ਦੇ ਵਿੱਚ ਨੇ ਆਹ ਜਿਹੜੇ ਮੈਂ ਰੈਸਟੋਰੈਂਟ ਦੇਖਿਆ, ਨੋਵਾ ਸਕੋਸ਼ੀਆ ਦੇ ਵਿੱਚ ਨਹੀਂ ਦੇਖੇ, ਜਿਵੇਂ ਕਿ ਚਿਪੋਟਲੇ, ਤਾਂ ਉਹ ਵਾਲਾ ਹੈ ਜੇ ਤੁਸੀਂ ਉੱਥੇ ਡਾਇਰੈਕਟ ਹਾਇਰ ਹੁੰਨੇ ਹੋ ਚਿਪੋਟਲੇ ਦੇ ਨਾਲ, ਤਾਂ ਉਹ ਤੁਹਾਡੀ ਫੀਸ ਰੀਇੰਬਰਸ ਕਰਦੀ ਆ ਅਪ ਟੂ $5,000। ਠੀਕ ਹੈ, ਐਂਡ UPS ਹੋ ਗਿਆ, Amazon ਹੋ ਗਈ, ਹੋਮ ਡਿਪੋ ਹੋ ਗਈ, ਚਿਪੋਟਲੇ, 3-4 ਨਾਮ ਮੈਨੂੰ ਪਤਾ, ਬਾਕੀ ਤੁਸੀਂ ਗੂਗਲ ਵਗੈਰਾ ਤੋਂ ਰਿਸਰਚ ਕਰ ਸਕਦੇ ਹੋ। ਤੇ ਇਹਨਾਂ ਕੰਪਨੀ ਦੀ ਸਭ ਦੀ ਅਲੱਗ-ਅਲੱਗ ਕੰਡੀਸ਼ਨਸ ਨੇ, ਜਿਵੇਂ ਕਿ Amazon ਦੀ ਕੰਡੀਸ਼ਨ ਹੈ ਕਿ ਐਟਲੀਸਟ ਤੁਸੀਂ ਉਹਨਾਂ ਨਾਲ ਸਾਲ ਕੰਮ ਕੀਤਾ ਹੋਣਾ ਚਾਹੀਦਾ, ਤਾਂ ਦੈਨ ਉਹ ਤੁਹਾਨੂੰ ਫੀਸ ਰੀਇੰਬਰਸ ਕਰਦੇ ਆ। ਰੀਇੰਬਰਸ ਨਹੀਂ ਕਰਦੇ ਆਈ ਗੈਸ, ਜੇ ਤੁਸੀਂ ਕੁਝ ਕੋਰਸ ਕਰਨਾ ਤਾਂ ਤੁਹਾਨੂੰ ਪੇ ਕਰਦੇ ਆ। ਤਾਂ ਇੱਦਾਂ ਹਰ ਕੰਪਨੀ ਦੀ ਅਲੱਗ ਕੰਡੀਸ਼ਨਸ ਨੇ, ਤੁਸੀਂ ਉਹਨਾਂ ਦੀ ਵੈਬਸਾਈਟ ਤੇ ਪੜ੍ਹ ਸਕਦੇ ਹੋ ਕਿ ਉਹਨਾਂ ਦੇ ਸਕੂਲ ਦੀ ਕੰਡੀਸ਼ਨਸ ਕੀ ਆ ਤੇ ਫੀਸ ਰੀਇੰਬਰਸਮੈਂਟ ਦਾ ਪ੍ਰੋਸੈਸ ਕੀ ਆ। ਤਾਂ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਕਿ ਜੌਬ ਜੋ ਇੱਥੇ ਮਿਲੀ ਆ, ਇੱਥੇ ਤੁਹਾਨੂੰ ਜੌਬ ਕਿੰਨੀ ਕੁ ਟਫ ਮਿਲੀ, ਕਿੰਨਾ ਕੁ ਫਿਜ਼ੀਕਲ ਵਰਕ ਹੈ, ਤੇ ਉੱਥੇ ਕੀ ਜੌਬ ਸੀਗੀ ਤੇ ਉੱਥੇ ਕਿੰਨਾ ਫਿਜ਼ੀਕਲ ਵਰਕ ਸੀ, ਉਹ ਤੁਸੀਂ ਬਟ ਫੇਰ ਨਹੀਂ ਦੱਸਿਆ ਕਿ ਤੁਹਾਡੇ ਉੱਥੇ ਜੌਬ ਕੀ ਸੀ। ਮੈਂ ਕਹੂੰਗਾ ਕਿ ਜਿਹੜੀ ਸਿਡਨੀ ਮੇਰੀ ਜੌਬ ਸੀਗੀ, ਮੈਂ ਬੇਸਿਕਲੀ ਹਸਪੀਟਲ 'ਚ ਕੰਮ ਕਰਦਾ ਸੀਗਾ ਉੱਥੇ, ਕਿਉਂਕਿ ਮੇਰੀ ਹੈਲਥ ਕੇਅਰ ਦੀ ਫੀਲਡ ਵੀ ਮੇਰੀ ਹੈਲਥ ਕੇਅਰ ਦੀ ਹੈ, ਤੇ ਬਿਲਕੁਲ ਮੈਂ ਫਰੰਟ ਲਾਈਨ ਵਰਕਰ ਸੀਗਾ ਉੱਥੇ, ਤੇ ਮੈਂ ਜੌਬ ਕੀਤੀ ਉੱਥੇ, ਐਂਡ ਆਫਟਰ ਦੈਟ ਮੈਂ ਰੈਜ਼ਿਗਨੇਸ਼ਨ ਦੇ ਕੇ ਆਪਣੀ ਇੱਥੇ ਆਇਆ। ਇੱਥੇ ਵੀ ਜਿਹੜੀ ਮੇਰੀ ਜੌਬ ਹੈ ਉਹ ਥੋੜੀ ਜਿਹੀ ਫਿਜ਼ੀਕਲ ਡਿਮਾਂਡਿੰਗ ਹੈ, ਬਟ ਠੀਕ ਹੈ, ਇਟ ਇਜ਼ ਸਟਿਲ ਬਈ ਕੁਛ ਨਾ ਹੋਣ ਤੋਂ ਵਧੀਆ ਕੁਛ ਤਾਂ ਹੋਣਾ। ਤੇ ਪਲੱਸ ਜਿਹੜੀ ਪੇ ਰੇਟ ਹੈ ਮੈਂ ਤੁਹਾਨੂੰ ਕਹੂੰਗਾ ਕਿ ਬਈ ਹਾਂ ਆਫਕੋਰਸ ਦੇਰ ਇਜ਼ ਅ ਮੇਜਰ ਡਿਫਰੈਂਸ ਬਿਟਵੀਨ ਦ ਪੇ ਰੇਟ। ਜੇ ਅਸੀਂ ਗੱਲ ਕਰੀਏ ਸਿਡਨੀ ਤੇ ਬਰੈਂਪਟਨ ਬਾਰੇ, ਅੰਟੈਰੀਓ ਦੀ ਗੱਲ ਕਰੋਗੇ, ਨੋਵਾ ਸਕੋਸ਼ੀਆ ਐਂਡ ਅੰਟੈਰੀਓ, ਤੇ ਪੇ ਰੇਟ ਦਾ ਡਿਫਰੈਂਸ ਹੈ ਹੀ ਆ, ਉਹ ਤੁਹਾਨੂੰ ਦੱਸ ਦੇਣਗੇ
ਕਿਵੇਂ ਦਾ ਪੇ ਰੇਟ ਦਾ ਡਿਫਰੈਂਸ ਹੈ ਕਿ ਬਈ ਉੱਥੇ ਜਿਵੇਂ ਰੀਸੈਂਟਲੀ ਜਿਹੜਾ ਪੇ ਰੇਟ ਆ ਉਹ 14.5 ਹੋਇਆ, ਇੱਥੇ ਜਿਹੜਾ ਪੇ ਰੇਟ ਆ ਉਹ ਨੀਅਰ ਅਬਾਊਟ 16 ਮੋਸਟਲੀ ਉੱਥੇ ਆਪਾਂ ਨੂੰ ਮਿਲਦਾ ਵੀ ਮਿਨੀਮਮ ਉੱਥੇ ਮਿਨੀਮਮ ਹੀ ਮਿਲਦਾ ਹੈ ਨੋਵਾ ਸਕੋਸ਼ੀਆ, ਬਿਕੋਜ਼ ਉਹਦੇ ਜਿਹੜੇ ਬਿਜ਼ਨਸਿਸ ਆ ਉਹ ਜ਼ਿਆਦਾ ਇੰਨੇ ਜ਼ਿਆਦਾ ਪ੍ਰੋਫਿਟ ਨਹੀਂ ਗੇਨ ਕਰਦੇ, ਤਾਂ ਦੈਟਸ ਵਾਈ ਉਹ ਮਿਨੀਮਮ ਵੇਜ ਤੇ ਹੀ ਰੱਖਦੇ ਆ ਜਿਨ੍ਹਾਂ ਨੂੰ ਵੀ ਰੱਖਦੇ ਆ। ਉੱਥੇ ਮਤਲਬ ਉਰੇ ਤੁਹਾਡੇ ਜ਼ਿਆਦਾ ਫਿਜ਼ੀਕਲ ਡਿਮਾਂਡਿੰਗ ਇੱਥੇ ਬਿਲਕੁਲ ਇੱਥੇ ਫਿਜ਼ੀਕਲ ਡਿਮਾਂਡ ਬਟ ਉਰੇ ਆਪਾਂ ਕੋਲ ontario ਦੇ ਵਿੱਚ ਆਪਸ਼ਨਸ ਜ਼ਿਆਦਾ ਤੇ ਤੁਹਾਡੇ ਕੋਲ ਆਵਰਸ ਵੀ ਜ਼ਿਆਦਾ ਹੋਣ ਬਿਲਕੁਲ, ਕਿ ਬਿਲਕੁਲ। ਵਰਕਿੰਗ ਆਵਰਸ ਜ਼ਿਆਦਾ ਆਪਾਂ Yes. ਜ਼ਿਆਦਾ ਕੰਮ ਕਰ ਸਕਦੇ ਹਾਂ। ਜਿਵੇਂ ਤੁਸੀਂ ਡ੍ਰੌਪ ਲਈ ਆਏ ਹੋ ਰੇ ਆਈ ਗੈਸ ਫॉर द 4 ਮੰਥਸ ਤਾਂ ਇਟਸ ਬੈਟਰ ਕਿ ਤੁਸੀਂ ਫੀਸ ਜੋੜ ਸਕਦੇ ਹੋ ਆਪਣੀ ਤੇ ਹਾਂ ਮਤਲਬ ਬਿਲਕੁਲ ਐਕਸਪੈਂਸ ਕਰ ਸਕਦੇ ਹੋ, ਐਕਸਪਲੋਰ ਕਰ ਸਕਦੇ ਹੋ। ਓਕੇ ਓਕੇ ਓਕੇ। ਤੇ ਫਿਰ ਡ੍ਰੌਪ ਤੋਂ ਬਾਅਦ ਤੁਹਾਡਾ ਕੀ ਪਲਾਨ ਹੈ ਕਿ 4 ਮਹੀਨੇ ਤੋਂ ਬਾਅਦ ਆਪਣਾ ਯੂਨੀਵਰਸਿਟੀ ਵਗੈਰਾ ਚੇਂਜ ਕਰਾ ਕੇ ontario ਚ ਲੈ ਕੇ ਆਣੀ ਹੈ ਜਾਂ ਫਿਰ ਸਟਿਲ ਬੈਕ ਟੂ ਬੇਸਿਕਸ ਹੋਣਾ? ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਕਿ ਮੈਂ CBU ਬਹੁਤ ਰਿਸਰਚ ਕਰਕੇ ਚੂਜ਼ ਕੀਤੀ ਸੀਗੀ, ਤੇ ਮੈਂ ਤਾਂ ਇਹੀ ਕਹੂੰਗਾ ਕਿ ਬਈ ਨਹੀਂ ਮੈਂ CBU ਨੂੰ ਛੱਡੂੰਗਾ ਨਹੀਂ, ਮੈਨੂੰ CBU ਬਹੁਤ ਵਧੀਆ ਲੱਗਦੀ ਬਈ ਹਾਂ ਉਹਦੀ ਜਿਵੇਂ ਅਸੀਂ ਸਟੱਡੀ ਦੇਖੀਏ, ਜਿਵੇਂ ਮੈਂ ਫਰਸਟ ਸਮੈਸਟਰ ਲਾਇਆ ਐਂਡ ਸਕਸੈਸਫੁਲੀ ਪਾਸਡ ਵਿਦ ਗੁੱਡ ਗ੍ਰੇਡਸ, ਤੇ ਮੈਂ ਕਹੂੰਗਾ ਕਿ ਬਈ ਹਾਂ ਯੂਨੀਵਰਸਿਟੀ ਬਹੁਤ ਵਧੀਆ ਹੈ, ਉਹਦੇ ਪੜ੍ਹਾਈ ਵੀ ਬਹੁਤ ਵਧੀਆ ਹੈ, ਠੀਕ ਹੈ, ਸਟੱਡੀ ਵਾਈਜ਼ ਦੇਖੀਏ ਤੇ ਬਹੁਤ ਅੱਛੀ ਵੈਲ ਐਂਡ ਗੁੱਡ ਹੈ, ਤੇ ਇਸ ਕਰਕੇ ਮੈਂ ontario ਮੂਵ ਨਹੀਂ ਹੋ ਰਿਹਾ, ਪਰਮਨੈਂਟਲੀ ਮੂਵ ਨਹੀਂ ਹੋ ਰਿਹਾ। ਬੇਸਿਕਲੀ ਮੈਂ ਸਿਰਫ 4 ਮੰਥਸ ਲਈ ਆਇਆ ਆਪਣਾ ਡ੍ਰੌਪ ਲਾਉਣ, ਤੇ ਉਸ ਤੋਂ ਬਾਅਦ ਮੇਰੀ ਜਿਹੜੀ ਅੱਗੇ ਦੀ ਪੜ੍ਹਾਈ ਹੈ ਲਾਈਕ ਮੇਰਾ ਨੈਕਸਟ ਸਮੈਸਟਰ ਸਤੰਬਰ ਤੋਂ ਸਟਾਰਟ ਹੈ, ਤੇ ਇਸ ਕਰਕੇ ਮੈਂ ਨੈਕਸਟ ਸਮੈਸਟਰ ਹੈ ਜਿਹੜਾ ਉਹ ਨੋਵਾ ਸਕੋਸ਼ੀਆ ਸਿਡਨੀ ਹੀ ਲਾਵਾਂਗਾ। ਓਕੇ ਮੈਂ ਡ੍ਰੌਪ ਤੋਂ ਬਾਅਦ ਵਾਪਸ ਬਿਲਕੁਲ ਮੈਂ ਵਾਪਸ ਜਾਵਾਂਗਾ। ਓਕੇ ਸੋ ਆਈ ਗੈਸ ਕਾਫੀ ਆਨੇ ਕੇ ਕੁਐਸਚਨ ਸੀਗੇ ਮੇਰੇ ਕੋਲ, ਆਪਾਂ ਮਤਲਬ ਕਿ ਡਿਸਕਸ ਕਰ ਸਕਦੇ ਹਾਂ। ਬਾਕੀ ਡ੍ਰੌਪ ਤੋਂ ਬਾਅਦ ਮੁੰਡਾ ਕਹਿੰਦਾ ਮੈਂ ਵਾਪਸ ਜਾਣਾ ਤਾਂ ਜਾਣਾ ਹੀ ਪੈਣਾ, ਸਟੱਡੀ ਉੱਥੇ ਦੀ ਹੈ। ਤਾਂ ਤੁਹਾਨੂੰ ਜੇ ਕੋਈ ਵੀ ਹੋਰ ਕੁਐਸਚਨ ਹੈਗਾ ਤਾਂ ਤੁਸੀਂ ਮੇਰੇ ਤੋਂ ਕੁਝ ਵੀ ਪੁੱਛਣਾ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਆਈਡੀ ਵਗੈਰਾ ਦੇ ਦੂੰਗਾ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਮੁਕੁਲ ਦੀ ਆਈਡੀ ਵੀ ਦੇ ਦੂੰਗਾ, ਤੁਸੀਂ ਜਦ ਮਰਜ਼ੀ ਸਿਡਨੀ ਬਾਰੇ ਕੁਝ ਪੁੱਛਣਾ, ਅਕੋਮੋਡੇਸ਼ਨ ਬਾਰੇ ਐਂਡ ਜੌਬ ਬਾਰੇ ਕੁਝ ਵੀ ਪੁੱਛਣਾ ਵਗੈਰਾ ਹੈਗਾ ਤੁਸੀਂ ਮੁਕੁਲ ਤੋਂ ਵੀ ਪੁੱਛ ਸਕਦੇ ਹੋ। ਆਈਡੀ ਮੈਂ ਇਸ ਤੇ ਵੀ ਮੈਂਸ਼ਨ ਕਰ ਦੂੰਗਾ। ਬਾਕੀ ਹੋਰ ਅਪਡੇਟਸ ਦੇ ਲਈ ਸਬਸਕ੍ਰਾਈਬ ਕਰ ਲਓ, ਜੁੜੇ ਰਹੋ, ਹੋਰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਬਸ ਆਹੀ ਕੁਝ ਕਰਨਾ। ਥੈਂਕ ਯੂ, ਤਾਂ ਮਿਲਦੇ ਆ ਫਿਰ ਅਗਲੀ ਵੀਡੀਓ 'ਚ।